ਮੇਰੇ ਬੱਚੇ ਛੋਟੇ-ਛੋਟੇ ਸੀ, ਮੈਨੂੰ ਨੌਕਰੀ ਨਹੀਂ ਮਿਲ ਰਹੀ ਸੀ। ਇਸ ਲਈ ਮਜਬੂਰੀ ਵਸ ਮੈਨੂੰ ਮਰਦ ਦਾ ਭੇਸ ਬਦਲ ਕੇ ਡਰਾਈਵਰ ਦੀ ਨੌਕਰੀ ਕਰਨੀ ਪਈ। ਮੇਰਾ ਮਾਲਿਕ ਬਹੁਤ ਵਧੀਆ ਸੀ, ਉਹ ਮੇਰੇ ਨਾਲ ਸਾਰੇ ਰਾਸਤੇ ਗੱਲਾਂ ਕਰਦੇ ਜਾਂਦੇ। ਇੱਕ ਦਿਨ ਉਹਨਾਂ ਮੈਨੂੰ ਕਿਹਾ ਕਿ ਉਹ ਇੱਕ ਕੁੜੀ ਨੂੰ ਪਿਆਰ ਕਰਦੇ ਹਨ। ਮੈਂ ਕਿਹਾ ਕਿ ਇਹ ਤਾਂ ਬਹੁਤ ਵਧੀਆ ਗੱਲ ਹੈ। ਤੁਸੀਂ ਸੋਹਣੇ ਹੋ, ਜਵਾਨ ਹੋ, ਅਮੀਰ ਹੋ, ਤੁਹਾਡੇ ਨਾਲ ਤਾਂ ਕੋਈ ਵੀ ਕੁੜੀ ਵਿਆਹ ਕਰਾਉਣ ਲਈ ਤਿਆਰ ਹੋ ਜਾਵੇਗੀ। ਪਰ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਜਦੋਂ ਉਹਨਾਂ ਨੇ ਮੇਰੀ ਹੀ ਫੋਟੋ। ਮੇਰਾ ਨਾਮ ਸਰਿਤਾ ਹੈ। ਮੈਂ ਆਪਣੇ ਮਾਂ-ਪਿਓ ਦੀ ਇਕਲੌਤੀ ਕੁੜੀ ਸੀ। ਮੈਨੂੰ ਪੜ੍ਹਨ ਲਿਖਣ ਦਾ ਚਾਅ ਨਹੀਂ ਸੀ, ਇਸ ਲਈ 12ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਮੈਂ ਇੱਕ ਵਧੀਆ ਅਤੇ ਖਾਂਦੇ ਪੀਂਦੇ ਪਰਿਵਾਰ ਸੀ। ਮੇਰਾ ਪਿਓ, ਉਸਦੇ 2 ਭਰਾ ਸੀ ਤੇ ਇੱਕ ਭੈਣ ਸੀ। ਸ਼ੁਰੂ ਤੋਂ ਹੀ ਸਾਡੇ ਖਾਨਦਾਨ ਵਿੱਚ ਜ਼ਮੀਨ ਜਾਇਦਾਦ ਨੂੰ ਲੈ ਕੇ ਲੜਾਈ ਹੁੰਦੀ ਸੀ। ਮੇਰਾ ਚਾਚਾ ਤੇ ਤਾਇਆ ਸਾਡੀ ਪ੍ਰਾਪਰਟੀ ਹੜੱਪਣਾ ਚਾਹੁੰਦੇ ਸੀ। ਮੇਰਾ ਵਕਤ ਏਦਾਂ ਹੀ ਬੀਤ ਰਿਹਾ ਸੀ ਕਿ ਮੈਨੂੰ ਪਤਾ ਲੱਗਾ ਕਿ ਮੇਰੀ ਖਾਸ ਸਹੇਲੀ ਸਲੋਨੀ ਦਾ ਵਿਆਹ ਹੈ। ਉਹ ਬਹੁਤ ਅਮੀਰ ਘਰ ਦੀ ਕੁੜੀ ਸੀ ਅਤੇ ਉਸਨੇ ਮੈਨੂੰ ਹਰ ਫੰਕਸ਼ਨ ਵਿੱਚ ਬੁਲਾਇਆ ਸੀ। ਮੈਂ ਉਹਦੇ ਮਹਿੰਦੀ ਫੰਕਸ਼ਨ ਵਿੱਚ ਗਈ ਤੇ ਲੇਟ ਹੋ ਗਈ। ਰਾਤ ਬਹੁਤ ਹੋ ਗਈ ਸੀ। ਇੱਕ ਤੇਜ਼ ਰਫ਼ਤਾਰ ਗੱਡੀ ਮੇਰੇ ਕੋਲ ਆ ਕੇ ਰੁਕੀ। ਕਿਸੇ ਨੇ ਮੇਰੇ ਮੂੰਹ ਤੇ ਕੱਪੜਾ ਰੱਖਿਆ ਤੇ ਮੈਂ ਬੇਹੋਸ਼ ਹੋ ਗਈ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਆਪਣੇ ਆਪ ਨੂੰ ਇੱਕ ਤਹਿਖਾਨੇ ਵਿੱਚ ਪਾਇਆ, ਜਿੱਥੇ ਹੋਰ ਕੁੜੀਆਂ ਵੀ ਮੌਜੂਦ ਸਨ। ਮੈਨੂੰ ਜਲਦੀ ਹੀ ਸਮਝ ਆ ਗਈ ਸੀ ਕਿ ਇਹ ਇੱਕ ਕੈਦਖਾਨਾ ਸੀ। ਉੱਥੇ ਹੋਰ ਵੀ ਛੋਟੇ-ਛੋਟੇ ਬੱਚੇ ਕੈਦ ਸੀ। ਕੁਝ ਜਵਾਨ ਕੁੜੀਆਂ ਸੀ ਜਿਨ੍ਹਾਂ ਤੋਂ ਕਲੱਬ ਵਿੱਚ ਡਾਂਸ ਕਰਵਾਇਆ ਜਾਂਦਾ ਸੀ ਅਤੇ ਕੁਝ ਨੂੰ ਤਾਂ ਕੋਠੇ 'ਤੇ ਵੇਚ ਦਿੱਤਾ ਜਾਂਦਾ ਸੀ। ਪੁਲਿਸ ਵੀ ਉਹਨਾਂ ਦੇ ਨਾਲ ਮਿਲੀ ਹੋਈ ਸੀ। ਇੱਕ ਮੁੰਡਾ ਮੇਰੇ ਵੱਲ ਦੇਖ ਕੇ ਹੱਸ ਰਿਹਾ ਸੀ। ਮੈਂ ਉਸ ਨੂੰ ਦੇਖ ਕੇ ਡਰ ਗਈ ਤੇ ਮੈਂ ਇੱਕ ਕੁੜੀ ਦਾ ਹੱਥ ਫੜ ਲਿਆ ਤੇ ਕਿਹਾ ਕਿ ਆਪਾਂ ਨੂੰ ਜਲਦੀ-ਜਲਦੀ ਇੱਥੋਂ ਨਿਕਲਣਾ ਪੈਣਾ ਹੈ। ਮੈਨੂੰ ਆਪਣੇ ਨਾਲ ਮਾਂ-ਪਿਓ ਦੀ ਵੀ ਫਿਕਰ ਸੀ। ਉਹਨਾਂ ਦਾ ਮੇਰੇ ਬਿਨਾਂ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੋਣਾ। ਉੱਥੇ ਸਭ ਕੁੜੀਆਂ ਤੇ ਬੱਚੇ ਰੋ ਰਹੇ ਸਨ। ਮੈਂ ਡਰਦੇ ਮਾਰੇ ਕੰਬ ਰਹੀ ਸੀ। ਫਿਰ ਮੈਨੂੰ ਇੱਕ ਬੱਚੇ ਕੋਲ ਜਾ ਕੇ ਬਹਿ ਗਈ। ਉਹ ਰੋ ਕੇ ਜ਼ਮੀਨ ਨੂੰ ਘੂਰ ਰਿਹਾ ਸੀ। ਉਹ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ। ਮੈਂ ਉਸ ਬੱਚੇ ਦੇ ਸਿਰ 'ਤੇ ਹੱਥ ਫੇਰਿਆ ਤੇ ਪੁੱਛਿਆ ਕਿ ਇਹਨਾਂ ਜ਼ਾਲਮਾਂ ਦੇ ਕੋਲ ਕਿਵੇਂ ਫਸ ਗਿਆ। ਇੰਨਾ ਹੀ ਕਿਹਾ ਸੀ ਕਿ ਉਹ ਰੋਣ ਲੱਗ ਪਿਆ। ਇੰਨੇ ਨੂੰ ਉੱਥੇ ਕੁਝ ਲੋਕ ਆ ਗਏ ਅਤੇ ਮਾਰਪਿੱਟ ਕਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਕਿਤੇ ਹੋਰ ਸ਼ਿਫਟ ਹੋਣਾ ਹੈ। ਉੱਥੇ ਕੁੱਲ 50 ਲੋਕ ਸੀ। ਸਾਰੇ ਹੀ ਕਿਤੇ ਹੋਰ ਜਾ ਰਹੇ ਸਨ। ਇਸ ਹਨੇਰੇ ਕਮਰੇ ਵਿੱਚ ਸੂਰਜ ਨੂੰ ਦੇਖੇ ਬੜੇ ਦਿਨ ਹੋ ਗਏ ਸਨ। ਪਤਾ ਨਹੀਂ ਕਦੋਂ ਸਵੇਰ ਹੁੰਦੀ ਸੀ ਤੇ ਕਦੋਂ ਸ਼ਾਮ ਹੁੰਦੀ ਸੀ। ਇੱਥੇ ਕੁਝ ਲੋਕਾਂ ਤੋਂ ਡਰੱਗ ਸਪਲਾਈ ਦਾ ਕੰਮ ਵੀ ਲਿਆ ਜਾਂਦਾ ਸੀ। ਮੈਨੂੰ ਹੁਣ ਡਰ ਸੀ ਕਿ ਮੈਨੂੰ ਪਤਾ ਨਹੀਂ ਇਸ ਗੰਦੇ ਕੰਮ ਵਿੱਚ ਕਦੋਂ ਲਾ ਦੇਣਗੇ। ਅਕਸਰ ਆਪਾਂ ਜਿਸ ਗੱਲ ਤੋਂ ਡਰਦੇ ਹਾਂ ਉਹੀ ਹੁੰਦਾ ਹੈ। ਇੱਥੇ ਲੋਕਾਂ ਨੂੰ ਨਸ਼ੇ ਦੀ ਆਦਤ ਪਾਈ ਜਾ ਰਹੀ ਸੀ। ਇੱਕ ਦਿਨ ਮੈਨੂੰ ਵੀ ਕਿਸੇ ਹੋਰ ਕਮਰੇ ਵਿੱਚ ਲੈ ਕੇ ਗਏ ਅਤੇ ਇੱਕ ਮੁੰਡੇ ਨੇ ਮੈਨੂੰ ਇੰਜੈਕਸ਼ਨ ਦਿੱਤਾ। ਇਹ ਹੁਣ ਰੋਜ਼ ਹੋਣ ਲੱਗਾ ਸੀ। ਮੈਨੂੰ ਕੁਝ ਪਤਾ ਨਹੀਂ ਲੱਗਿਆ ਕਿ ਕਦੋਂ ਮੈਂ ਨਸ਼ੇ ਦੀ ਆਦੀ ਹੋ ਗਈ ਸੀ। ਹੁਣ ਰੋਜ਼ ਮੈਂ ਉਸ ਮੁੰਡੇ ਕੋਲ ਜਾਂਦੀ, ਉਸ ਦੇ ਨਾਲ ਆਪਣੀ ਹਰ ਗੱਲ ਕਰਦੀ ਤੇ ਉੱਚੀ-ਉੱਚੀ ਰੋਂਦੀ ਸੀ। ਇਸ ਹਾਦਸੇ ਤੋਂ ਬਾਅਦ ਪਤਾ ਨਹੀਂ ਮੇਰੇ ਮਾਂ-ਪਿਓ ਦਾ ਕੀ ਹਾਲ ਹੋਇਆ ਹੋਊ। ਲੋਕਾਂ ਨੇ ਪਤਾ ਨਹੀਂ ਕੀ ਕੁਝ ਕਿਹਾ ਹੋਣਾ। ਉਸ ਮੁੰਡੇ ਦਾ ਨਾਂ ਰੋਹਨ ਸੀ। ਉਸਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਇੱਥੋਂ ਬਾਹਰ ਲੈ ਕੇ ਜਾਵੇਗਾ। ਕਿਸੇ ਨੇ ਉਸ ਨੂੰ ਪੁਲਿਸ ਨੂੰ ਫੜਾ ਦਿੱਤਾ। ਕਹਿੰਦੇ ਹਨ ਕਿ ਬੁਰਾ ਵਕਤ ਗੁਜ਼ਰ ਜਾਂਦਾ ਹੈ, ਪਰ ਜਿਸ 'ਤੇ ਗੁਜ਼ਰਦਾ ਹੈ ਉਹੀ ਜਾਣਦਾ ਹੈ। ਉਸ ਨੂੰ ਹੀ ਪਤਾ ਹੁੰਦਾ ਹੈ ਕਿ ਵਕਤ ਕਿੱਦਾਂ ਗੁਜ਼ਰਿਆ। ਇੱਕ ਦਿਨ ਜਿਸ ਬੰਦੇ ਦੀ ਸਾਡੇ 'ਤੇ ਨਿਗਰਾਨੀ ਸੀ, ਉਸ ਨੂੰ ਅਚਾਨਕ ਚੱਕਰ ਆ ਗਿਆ ਤੇ ਉਹ ਬੇਹੋਸ਼ ਹੋ ਗਿਆ। ਅਸੀਂ ਇਸ ਗੱਲ ਦਾ ਫਾਇਦਾ ਚੁੱਕਿਆ ਤੇ ਅਸੀਂ ਉੱਥੋਂ ਭੱਜ ਗਏ। ਯਕੀਨ ਮੰਨੋ, ਉਸ ਦਿਨ ਹੀ ਪਤਾ ਲੱਗਾ ਕਿ ਆਜ਼ਾਦੀ ਕੀ ਹੁੰਦੀ ਹੈ। ਅੰਧਾ-ਧੁੰਦ ਗੋਲੀਆਂ ਚੱਲ ਰਹੀਆਂ ਸੀ। ਕੁਝ ਲੋਕ ਜ਼ਖਮੀ ਹੋ ਗਏ। ਮੈਂ ਬਹੁਤ ਬੁਰੀ ਤਰ੍ਹਾਂ ਗਿਰੀ ਤੇ ਮੇਰੀ ਬਾਂਹ ਟੁੱਟ ਗਈ। ਪਰ ਇਸ ਸਮੇਂ ਦਰਦ ਨਾਲੋਂ ਬਾਹਰ ਨਿਕਲਣਾ ਜ਼ਰੂਰੀ ਸੀ, ਨਹੀਂ ਤਾਂ ਸਾਰੀ ਉਮਰ ਇੱਥੇ ਹੀ ਕੈਦੀ ਬਣ ਕੇ ਰਹਿ ਜਾਂਦੀ। ਮੈਂ ਨਾਲ ਲੱਗਦੇ ਜੰਗਲ ਵਿੱਚ ਚਲੀ ਗਈ ਤੇ ਜਦੋਂ ਉਸ ਜੰਗਲ ਵਿੱਚੋਂ ਬਾਹਰ ਨਿਕਲੀ ਤਾਂ ਸੜਕ 'ਤੇ ਕਿੰਨੀਆਂ ਹੀ ਕਾਰਾਂ ਆ ਜਾ ਰਹੀਆਂ ਸੀ, ਪਰ ਕੋਈ ਲਿਫਟ ਦੇਣ ਨੂੰ ਤਿਆਰ ਨਹੀਂ ਸੀ। 2 ਦਿਨ ਤੋਂ ਭੁੱਖ ਤੇ ਨਸ਼ੇ ਨਾਲ ਮੇਰੀ ਹਾਲਤ ਖਰਾਬ ਸੀ।
ਤੁਰਨਾ ਮੁਸ਼ਕਲ ਹੋ ਰਿਹਾ ਸੀ। ਮੈਂ ਬੇਹੋਸ਼ ਹੋ ਕੇ ਡਿੱਗ ਪਈ। ਜਦੋਂ ਹੋਸ਼ ਆਈ ਤਾਂ ਹਸਪਤਾਲ ਵਿੱਚ ਇੱਕ ਡਾਕਟਰ ਨੇ ਅਤੇ 2 ਪੁਲਿਸ ਵਾਲੇ ਸੀ। ਉਹਨਾਂ ਨੇ ਬਹੁਤ ਕੁਝ ਪੁੱਛਿਆ, ਪਰ ਮੈਂ ਸੋਚਿਆ ਕਿ ਜਿਸ ਮੁਸ਼ਕਲ ਵਿੱਚੋਂ ਨਿਕਲੀ ਹਾਂ, ਕਿਤੇ ਉੱਥੇ ਫੇਰ ਨਾ ਫਸ ਜਾਵਾਂ। ਇਸ ਲਈ ਮੈਂ ਮੁੱਕਰ ਜਾਣਾ ਹੀ ਸਹੀ ਸਮਝਿਆ। ਕੁਝ ਲੋਕਾਂ ਨੇ ਮੇਰੇ ਘਰ ਦਾ ਐਡਰੈਸ ਲਿਆ ਤੇ ਸਾਹਮਣੇ ਮੇਰੀ ਮਾਂ ਖੜੀ ਸੀ, ਜੋ ਕਿ ਚੀਕਾਂ ਮਾਰ ਰਹੀ ਸੀ। ਮੈਨੂੰ ਦੱਸਿਆ ਕਿ ਮੇਰੀ ਮਾਂ ਪੂਰੇ 6 ਮਹੀਨੇ ਬਾਅਦ ਬੋਲੀ ਸੀ। ਮੇਰੇ ਅਗਵਾ ਹੋਣ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਬਹੁਤ ਤਾਨੇ ਮਾਰੇ ਕਿ ਤੁਹਾਡੀ ਧੀ ਤਾਂ ਬਦਚਲਨ ਸੀ, ਤਾਂ ਮੇਰਾ ਪਿਓ ਇੱਕ ਦਿਨ ਇਹ ਦੁਨੀਆ ਛੱਡ ਕੇ ਚਲਾ ਗਿਆ। ਮੇਰੀ ਮਾਂ ਦੀ ਦਿਮਾਗੀ ਹਾਲਤ ਖਰਾਬ ਹੋ ਗਈ ਸੀ। ਅੱਜ ਮੈਨੂੰ ਦੇਖ ਕੇ ਮੇਰੀ ਮਾਂ ਬਹੁਤ ਰੋਈ। ਮੈਂ 2 ਦਿਨ ਬਾਅਦ ਘਰ ਆ ਗਈ ਸੀ। ਇਹ ਲੋਕ ਇਹ ਤਾਂ ਯਾਦ ਰੱਖਦੇ ਹਨ ਕਿ ਕੁੜੀ ਘਰੋਂ ਚਲੀ ਗਈ, ਪਰ ਇਹ ਯਾਦ ਨਹੀਂ ਰੱਖਦੇ ਕਿ ਕਿਸੇ ਨੇ ਅਗਵਾ ਕਰ ਲਿਆ ਸੀ। ਹਰ ਇਨਸਾਨ ਆਪਣੀ ਸੋਚ ਨਾਲ ਕੁੜੀ ਨੂੰ ਜੱਜ ਕਰਦਾ ਹੈ। ਘਰ ਜਾਂਦੇ ਹੀ ਆਸ ਪੜੋਸ ਦੇ ਲੋਕ ਸਾਡੇ ਘਰ ਆ ਗਏ ਅਤੇ ਸਵਾਲਾਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ। ਉਹ ਮੁੰਡਾ ਕੌਣ ਸੀ ਜਿਸ ਨਾਲ ਤੂੰ ਗਈ ਸੀ? ਇੱਕ ਵਾਰ ਤੂੰ ਮਾਂ-ਪਿਓ ਦਾ ਨਹੀਂ ਸੋਚਿਆ? ਤੇਰਾ ਪਿਓ ਦੁਨੀਆ ਤੋਂ ਚਲਾ ਗਿਆ। ਮੇਰੀ ਮਾਂ ਨੂੰ ਕਿਹਾ ਕਿ ਜੇਕਰ ਉਹ ਆਪਣੀ ਬਦਚਲਨ ਧੀ ਨੂੰ ਰੱਖੇਗੀ ਤਾਂ ਤੈਨੂੰ ਸਮਾਜ ਵਿੱਚੋਂ ਬਾਹਰ ਕੱਢ ਦਿੱਤਾ ਜਾਣਾ ਹੈ। ਮੇਰੀ ਮਾਂ ਨੇ ਸਭ ਗੱਲਾਂ ਸੁਣ ਲਿੱਤੀਆਂ ਅਤੇ ਕੁਝ ਨਾ ਬੋਲੀ। ਮੇਰੀ ਮਾਂ ਨੇ ਮੇਰਾ ਹੱਥ ਫੜਿਆ। ਅਸੀਂ ਪਿੰਡ ਛੱਡ ਕੇ ਸ਼ਹਿਰ ਆ ਗਏ। ਇੱਥੇ ਮੇਰੀ ਮਾਂ ਦੀ ਇੱਕ ਸਹੇਲੀ ਸੀ। ਅਸੀਂ ਰਾਤ ਨੂੰ ਉਸ ਦੇ ਘਰ ਪੁੱਜੇ। ਉਹ ਸਾਨੂੰ ਦੇਖ ਕੇ ਡਰ ਗਈ ਤੇ ਸਾਨੂੰ ਅੰਦਰ ਬੁਲਾ ਕੇ ਇੱਕ ਕਮਰੇ ਵਿੱਚ ਬਿਠਾ ਲਿਆ। ਫਿਰ ਉਹਨਾਂ ਦਾ ਬੇਟਾ, ਜੋ ਕਿ ਪਾਗਲ ਸੀ, ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਚੱਲ ਆਪਾਂ ਖੇਲਦੇ ਹਾਂ। ਉਸ ਦੀ ਉਮਰ 23 ਸਾਲ ਦੀ ਸੀ। ਉਹ ਬੱਚਿਆਂ ਵਾਂਗ ਕਰਦਾ ਸੀ। ਸਵਿਤਾ ਆਂਟੀ ਨੇ ਦੱਸਿਆ ਕਿ ਉਸ ਦਾ ਪੁੱਤ ਬਹੁਤ ਕਾਬਲ ਅਤੇ ਕਾਲਜ ਦਾ ਬੈਸਟ ਖਿਡਾਰੀ ਸੀ। ਇੱਕ ਵਾਰ ਕਿਸੇ ਨੇ ਉਸ ਦੇ ਸਿਰ ਵਿੱਚ ਕੁਝ ਭਾਰੀ ਮਾਰ ਦਿੱਤਾ ਤਾਂ ਉਹ ਬੇਹੋਸ਼ ਹੋ ਗਿਆ। ਪੂਰਾ 1 ਮਹੀਨਾ ਹਸਪਤਾਲ ਵਿੱਚ ਰਿਹਾ। ਉਸ ਦੀ ਹਾਲਤ ਤਾਂ ਠੀਕ ਹੋ ਗਈ ਸੀ, ਪਰ ਉਸ ਦੇ ਦਿਮਾਗ ਦਾ ਇੱਕ ਹਿੱਸਾ ਖਰਾਬ ਹੋ ਗਿਆ। ਤਾਂ ਹੀ ਏਦਾਂ ਕਰਦਾ ਹੈ। ਅਸੀਂ ਹੁਣ ਸਵਿਤਾ ਆਂਟੀ ਦੇ ਘਰ ਰਹਿਣ ਲੱਗੇ। ਉਹਨਾਂ ਦਾ ਬੇਟਾ ਸਾਰਾ ਦਿਨ ਆਪਣੇ ਕਮਰੇ ਵਿੱਚ ਰਹਿੰਦਾ ਜਾਂ ਫਿਰ ਜਿੱਦ ਕਰਕੇ ਆਪਣੀ ਗੱਲ ਮਨਵਾਉਣ ਲੱਗ ਜਾਂਦਾ। ਮੇਰੇ ਨਾਲ ਉਹ ਬਹੁਤ ਘੁਲ ਮਿਲ ਗਿਆ ਸੀ। ਮੈਨੂੰ ਆਪਣੀ ਹਰ ਗੱਲ ਦੱਸਦਾ ਸੀ। ਮੇਰੀ ਮਾਂ ਤੇ ਸਵਿਤਾ ਆਂਟੀ ਲੋਕਾਂ ਦੇ ਕੱਪੜੇ ਸਿਲਦੇ ਸੀ। ਸਵਿਤਾ ਆਂਟੀ ਦਾ ਘਰ ਵਾਲਾ ਨਹੀਂ ਸੀ। ਉਹਨਾਂ ਦੇ ਸਾਡੇ ਤੇ ਬਹੁਤ ਅਹਿਸਾਨ ਸੀ। ਇੱਕ ਦਿਨ ਸਵਿਤਾ ਆਂਟੀ ਨੇ ਮਾਂ ਨੂੰ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਮੈਂ ਅਤੁਲ ਦਾ ਵਿਆਹ ਤੇਰੀ ਧੀ ਨਾਲ ਕਰ ਦੇਵਾਂ। ਮੇਰੀ ਮਾਂ ਨੇ ਕਿਹਾ ਕਿ ਤੂੰ ਆਪਣੇ ਘਰ ਪਨਾਹ ਦੇਣ ਦੀ ਇੰਨੀ ਵੱਡੀ ਕੀਮਤ ਤਾਂ ਨਾ ਮੰਗ। ਸਵਿਤਾ ਜੀ ਨੇ ਕਿਹਾ ਕਿ ਜਾਂ ਤਾਂ ਮੇਰੀ ਸ਼ਰਤ ਮੰਨ, ਨਹੀਂ ਤਾਂ ਆਪਣਾ ਬੰਦੋਬਸਤ ਕਰ ਲਓ। ਸਾਡਾ ਤਾਂ ਹੁਣ ਆਪਣੀ ਰੂਹ ਤੋਂ ਵੀ ਵਿਸ਼ਵਾਸ ਉੱਠ ਗਿਆ ਸੀ। ਮੇਰੀ ਮਾਂ ਨੇ ਕਿਹਾ ਕਿ ਕੁਝ ਵੀ ਹੋ ਜਾਵੇ, ਮੈਂ ਤੇਰਾ ਵਿਆਹ ਅਤੁਲ ਨਾਲ ਨਹੀਂ ਕਰਨਾ। ਉਹ ਤਾਂ ਪਾਗਲ ਹੈ। ਆਪਾਂ ਕਿਤੇ ਹੋਰ ਚਲੇ ਜਾਵਾਂਗੇ। ਪਰ ਪਤਾ ਨਹੀਂ ਕਿਉਂ ਅਤੁਲ ਦੇ ਨਾਲ ਰਹਿੰਦੇ ਰਹਿੰਦੇ ਉਸ ਨਾਲ ਲਗਾਵ ਹੋ ਗਿਆ ਸੀ। ਮੈਨੂੰ ਉਹ ਚੰਗਾ ਲੱਗਣ ਲੱਗਾ ਸੀ। ਮੈਂ ਮਾਂ ਨੂੰ ਕਿਹਾ ਕਿ ਆਪਾਂ ਜੇਕਰ ਇੱਥੋਂ ਬਾਹਰ ਨਿਕਲ ਗਏ ਤਾਂ ਕਿੱਥੇ ਮਾਰੇ ਮਾਰੇ ਫਿਰਾਂਗੇ। ਆਪਾਂ ਸਵਿਤਾ ਜੀ ਦੀ ਗੱਲ ਮੰਨ ਲੈਂਦੇ ਹਾਂ। ਮੇਰੀ ਮਾਂ ਬਹੁਤ ਰੋਈ ਕਿ ਮੇਰੀ ਇਕੱਲੀ ਧੀ ਕਿਹੋ ਜਿਹਾ ਨਸੀਬ ਲੈ ਕੇ ਆਈ ਹੈ। ਅਸੀਂ ਦੋਵੇਂ ਇੱਕ ਦੂਜੇ ਨੂੰ ਗਲੇ ਮਿਲ ਕੇ ਰੋਂਦੇ ਰਹੇ। ਕੁਝ ਦਿਨ ਬਾਅਦ ਮੇਰਾ ਤੇ ਅਤੁਲ ਦਾ ਵਿਆਹ ਹੋ ਗਿਆ ਸੀ। ਮੇਰੀ ਮਾਂ ਬਹੁਤ ਰੋਈ। ਸਾਡੀ ਮਜਬੂਰੀ ਨੇ ਸਾਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਸੀ। ਦਿਨ ਬੀਤ ਰਹੇ ਸਨ। ਅਤੁਲ ਮੈਨੂੰ ਆਪਣਾ ਦੋਸਤ ਮੰਨਦਾ ਸੀ। ਪਤਨੀ ਕੀ ਹੁੰਦੀ ਹੈ ਉਸ ਨੂੰ ਕੁਝ ਪਤਾ ਨਹੀਂ ਸੀ। ਇੱਕ ਦਿਨ ਸਾਡੇ ਗੇਟ ਤੇ ਇੱਕ ਭਿਖਾਰਣ ਆਈ ਤੇ ਕਹਿਣ ਲੱਗੀ, ਮੈਨੂੰ ਢਿੱਡ ਭਰ ਕੇ ਰੋਟੀ ਖਵਾ ਦੇ, ਤੇਰੀ ਹਰ ਮਨੋਕਾਮਨਾ ਪੂਰੀ ਹੋ ਜਾਵੇਗੀ। ਮੈਂ ਉਸ ਦੀ ਗੱਲ ਤੇ ਹੱਸਣ ਲੱਗੀ ਕਿ ਮੇਰੀ ਕਿਸਮਤ ਵਿੱਚ ਤਾਂ ਪਾਗਲ ਪਤੀ ਹੈ। ਇਸ ਤੋਂ ਮਾੜਾ ਕੀ ਹੋਣਾ ਹੈ। ਮੈਂ ਉਸ ਨੂੰ ਖਾਣਾ ਖਵਾ ਦਿੱਤਾ ਤੇ ਉਸਨੇ ਕਿਹਾ ਕਿ ਜਾ ਧੀਏ, ਤੇਰਾ ਘਰ ਵਾਲਾ ਤੈਨੂੰ ਬਹੁਤ ਪਿਆਰ ਕਰੂਗਾ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਕਿ ਮੇਰਾ ਘਰ ਵਾਲਾ ਮੈਨੂੰ ਕਿਵੇਂ ਪਿਆਰ ਕਰੂਗਾ। ਪਰ ਕਹਿੰਦੇ ਨੇ ਕਿ ਦੁਆਵਾਂ ਤਕਦੀਰ ਬਦਲ ਦਿੰਦੀਆਂ ਹਨ। ਮੇਰੇ ਨਾਲ ਵੀ ਇਦਾਂ ਹੀ ਹੋਇਆ। ਮੈਂ ਮਹਿਸੂਸ ਕੀਤਾ ਕਿ ਅਤੁਲ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਾ। ਅਸੀਂ ਉਸ ਦਾ ਇਲਾਜ ਦੁਬਾਰਾ ਸ਼ੁਰੂ ਕਰ ਦਿੱਤਾ।
ਡਾਕਟਰ ਨੇ ਕਿਹਾ ਕਿ ਉਹ ਜਲਦ ਹੀ ਠੀਕ ਹੋ ਜਾਵੇਗਾ। ਮੈਂ ਦਿਨ ਰਾਤ ਅਤੁਲ ਦੀ ਦੇਖਭਾਲ ਕਰਦੀ ਸੀ। ਪਤਾ ਨਹੀਂ ਹੁਣ ਮੇਰੀ ਸੱਸ ਨੂੰ ਕੀ ਹੋ ਗਿਆ ਸੀ। ਹੁਣ ਉਹ ਮੈਨੂੰ ਪਸੰਦ ਨਹੀਂ ਕਰਦੀ ਸੀ। ਅਤੁਲ ਨੂੰ ਮੇਰੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਬਿਮਾਰ ਹੋ ਗਈ ਸੀ। ਮੇਰੇ ਸਹੁਰੇ ਪਰਿਵਾਰ ਨੇ ਮੇਰੀ ਕੋਈ ਮਦਦ ਨਾ ਕੀਤੀ। ਮੇਰੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਹੁਣ ਮੈਂ ਬਿਲਕੁਲ ਇਕੱਲੀ ਰਹਿ ਗਈ ਸੀ। ਰਹਿਣ ਨੂੰ ਤਾਂ ਘਰ ਸੀ, ਪਰ ਮੇਰਾ ਆਪਣਾ ਕੋਈ ਨਹੀਂ ਸੀ। ਮੇਰੀ ਮਾਂ ਦੇ ਜਾਣ ਤੋਂ ਬਾਅਦ ਮੇਰੀ ਸੱਸ ਦੇ ਜ਼ੁਲਮ ਵੱਧ ਗਏ। ਉਹ ਅਤੁਲ ਨੂੰ ਕਹਿ ਕੇ ਮੈਨੂੰ ਬਹੁਤ ਕੁਝ ਕਹਾਂਦੀ। ਅਤੁਲ ਅੱਗੇ ਨਾਲੋਂ ਠੀਕ ਸੀ, ਪਰ ਮਾਂ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕਿਆ ਸੀ। ਜੋ ਮਾਂ ਕਹਿੰਦੀ ਉਹੀ ਕਰਦਾ ਸੀ। ਸਾਡਾ ਰਿਸ਼ਤਾ ਅਜੀਬ ਜਿਹਾ ਸੀ। ਨਾਲ ਹੋ ਕੇ ਵੀ ਅਸੀਂ ਨਾਲ ਨਹੀਂ ਸੀ। ਏਦਾਂ ਹੀ ਚੱਲ ਰਿਹਾ ਸੀ। ਪਰ ਇੱਕ ਦਿਨ ਮੇਰੀ ਕਿਸਮਤ ਨੇ ਨਵਾਂ ਮੋੜ ਲਿਆ। ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ, ਪਰ ਮੈਨੂੰ ਇਸ ਗੱਲ ਦੀ ਬਿਲਕੁਲ ਖੁਸ਼ੀ ਨਹੀਂ ਹੋਈ ਸੀ। ਸਾਡੇ ਰਿਸ਼ਤੇ ਵਿੱਚ ਜੋ ਦਰਾਰ ਆ ਗਈ ਸੀ, ਉਹ ਸਾਡੇ ਬੱਚੇ ਲਈ ਠੀਕ ਨਹੀਂ ਸੀ, ਕਿਉਂਕਿ ਮੈਨੂੰ ਡਰ ਸੀ ਕਿ ਜੋ ਇਨਸਾਨ ਇੱਕ ਚੰਗਾ ਪਤੀ ਨਹੀਂ ਬਣ ਸਕਿਆ, ਉਹ ਇੱਕ ਚੰਗਾ ਪਿਓ ਕਿਵੇਂ ਬਣੂਗਾ। ਇਸ ਡਰ ਦੇ ਕਾਰਨ ਮੈਂ ਆਪਣੇ ਬੱਚੇ ਨੂੰ ਦੁਨੀਆ ਵਿੱਚ ਲੈ ਕੇ ਆਉਣਾ ਨਹੀਂ ਚਾਹੁੰਦੀ ਸੀ। ਸਾਡੇ ਮੁਹੱਲੇ ਵਿੱਚ ਇੱਕ ਔਰਤ ਸੀ ਜੋ ਸਰਕਾਰੀ ਹਸਪਤਾਲ ਵਿੱਚ ਨਰਸ ਸੀ। ਉਹ ਮੇਰੀ ਮਦਦ ਲਈ ਤਿਆਰ ਹੋ ਗਈ, ਪਰ ਜਦੋਂ ਹਸਪਤਾਲ ਗਈ ਤਾਂ ਡਾਕਟਰ ਨੇ ਕਿਹਾ ਕਿ ਅਬੋਰਸ਼ਨ ਨਹੀਂ ਹੋ ਸਕਦਾ, ਇਸ ਨਾਲ ਮੇਰੀ ਜਾਨ ਜਾ ਸਕਦੀ ਹੈ। ਮੈਂ ਉਦਾਸ ਮਨ ਨਾਲ ਘਰ ਵਾਪਸ ਆ ਗਈ। ਉਹ 9 ਮਹੀਨੇ ਮੇਰੇ 9 ਸਾਲ ਵਾਂਗ ਬੀਤੇ। ਫਿਰ ਮੈਂ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇੱਕ ਕੁੜੀ ਤੇ ਇੱਕ ਮੁੰਡਾ ਸੀ। ਮੈਂ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਸੀ। ਮੈਂ ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ। ਬੱਚਿਆਂ ਦੇ ਹੋਣ ਤੋਂ ਬਾਅਦ ਮੇਰੀ ਸੱਸ ਤੇ ਅਤੁਲ ਦਾ ਸੁਭਾਅ ਵਿੱਚ ਫਰਕ ਆ ਗਿਆ। ਉਹ ਮੈਨੂੰ ਭਾਵੇਂ ਨਹੀਂ ਪਸੰਦ ਕਰਦੇ ਸਨ, ਪਰ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀ। ਮੇਰੇ ਵਰਗੀ ਬਦਨਸੀਬ ਲਈ ਇਹੀ ਬਹੁਤ ਵੱਡੀ ਗੱਲ ਸੀ। ਸਮਾਂ ਬੀਤ ਰਿਹਾ ਸੀ। ਮੇਰੇ ਲਈ ਉਹ ਦਿਨ ਬਹੁਤ ਖਾਸ ਸੀ ਜਿਸ ਦਿਨ ਮੇਰੇ ਬੱਚਿਆਂ ਨੇ ਮੈਨੂੰ ਮਾਂ ਕਹਿ ਕੇ ਬੁਲਾਇਆ ਸੀ। ਇਹ ਖੁਸ਼ੀ ਉਹੀ ਸਮਝ ਸਕਦਾ ਜਿਸ ਦਾ ਕੋਈ ਆਪਣਾ ਨਾ ਹੋਵੇ। ਇੱਕ ਦਿਨ ਅਤੁਲ ਤੇ ਮੇਰੀ ਸੱਸ ਕਿਤੇ ਗਏ ਸਨ। ਵਾਪਸ ਆਉਂਦੇ ਹੋਏ ਉਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਮੌਕੇ ਤੇ ਹੀ ਮੌਤ ਹੋ ਗਈ ਸੀ। ਮੈਂ ਇੱਕ ਵਾਰੀ ਫੇਰ ਟੁੱਟ ਗਈ ਸੀ। ਉਹ ਚਾਹੇ ਜਿੱਦਾਂ ਦੇ ਵੀ ਸੀ, ਪਰ ਮੇਰੇ ਬੱਚਿਆਂ ਦਾ ਸਹਾਰਾ ਸੀ। ਹੁਣ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਸੀ। ਜੋ ਜਮ੍ਹਾਂ ਪੂੰਜੀ ਸੀ ਉਹ ਵੀ ਖਤਮ ਹੋ ਗਈ ਸੀ। ਹੁਣ ਤਾਂ ਖਾਣ ਦੇ ਵੀ ਲਾਲੇ ਸੀ। ਇੱਕ ਮਾਂ ਆਪ ਭੁੱਖੀ ਰਹਿ ਸਕਦੀ ਹੈ, ਪਰ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਸੌਣ ਦਿੰਦੀ। ਮੈਂ ਨਾਲ ਦੇ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਇਕੱਲੀ ਔਰਤ ਦਾ ਕੋਈ ਨਹੀਂ ਹੁੰਦਾ। ਸਭ ਬੇਇੱਜ਼ਤ ਕਰਦੇ ਨੇ। ਜਿਨ੍ਹਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ, ਉਸ ਘਰ ਦੇ ਮਰਦ ਮੈਨੂੰ ਗੰਦੀ ਨਜ਼ਰ ਨਾਲ ਦੇਖਦੇ ਸੀ। ਇੱਕ ਦਿਨ ਮੈਂ ਤੁਰੀ ਜਾ ਰਹੀ ਸੀ। ਪਤਾ ਲੱਗਾ ਕਿ ਕਿਸੇ ਨੂੰ ਕਾਰ ਡਰਾਈਵਰ ਦੀ ਲੋੜ ਹੈ। ਮੈਂ ਗੱਡੀ ਉਹਨਾਂ ਦਿਨਾਂ ਵਿੱਚ ਸਿੱਖੀ ਸੀ ਜਦੋਂ ਮੈਂ ਕਿਡਨੈਪ ਹੋ ਗਈ ਸੀ। ਉਹ ਸਾਨੂੰ ਸਭ ਨੂੰ ਟ੍ਰੇਨਿੰਗ ਦਿੰਦੇ ਸੀ ਕਿ ਜੇਕਰ ਪੁਲਿਸ ਪਿੱਛੇ ਪੈ ਜਾਵੇ ਤਾਂ ਕਿੱਦਾਂ ਭੱਜਣਾ ਹੈ। ਪਰ ਉੱਥੇ ਵੀ ਉਹੀ ਕਹਾਣੀ ਸੀ। ਗੱਡੀ ਇੱਕ ਆਦਮੀ ਦੀ ਚਲਾਉਣੀ ਸੀ। ਇਸ ਲਈ ਮੈਨੂੰ ਆਪਣਾ ਭੇਸ਼ ਬਦਲਣਾ ਪਿਆ ਅਤੇ ਮੈਂ ਆਪਣਾ ਹੁਲੀਆ ਬਿਲਕੁਲ ਆਦਮੀਆਂ ਵਰਗਾ ਬਣਾ ਲਿਆ ਸੀ। ਹੁਣ ਸਾਰੇ ਹੀ ਮੈਨੂੰ ਮਰਦ ਸਮਝਦੇ ਸੀ। ਮੈਂ ਜਿਸ ਦੀ ਗੱਡੀ ਚਲਾਉਂਦੀ ਸੀ ਉਹ ਮਾਲਕ ਬਹੁਤ ਵਧੀਆ ਸੀ, ਬਹੁਤ ਹੀ ਚੰਗੇ ਸੁਭਾਅ ਦਾ ਸੀ। ਉਹ ਮੇਰੇ ਨਾਲ ਆਪਣੀ ਹਰ ਗੱਲ ਕਰਦੇ ਸੀ। ਹੌਲੀ ਸਾਡੇ ਵਿੱਚ ਦੋਸਤੀ ਹੋ ਗਈ ਸੀ। ਮੇਰਾ ਸਫ਼ਰ ਵੀ ਵਧੀਆ ਲੰਘਦਾ ਸੀ। ਇੱਕ ਦਿਨ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਹੁਣ ਤੱਕ ਵਿਆਹ ਕਿਉਂ ਨਹੀਂ ਕੀਤਾ। ਉਹਨਾਂ ਮੈਨੂੰ ਕਿਹਾ ਕਿ ਇੱਕ ਕੁੜੀ ਮੈਨੂੰ ਮਿਲੀ ਸੀ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ, ਪਰ ਉਹ ਕੁੜੀ ਆਪਦੇ ਹੀ ਝਮੇਲਿਆਂ ਵਿੱਚ ਖੋ ਗਈ ਤੇ ਮੈਨੂੰ ਨਹੀਂ ਮਿਲੀ। ਉਹ ਵੀ ਕਿਸਮਤ ਦੀ ਮਾਰੀ ਸੀ। ਪਤਾ ਨਹੀਂ ਕਿਸ ਹਾਲ ਵਿੱਚ ਹੋਣੀ। ਮਾਲਕ ਨੇ ਕਿਹਾ ਕਿ ਕੱਲ ਉਸ ਦੀ ਫੋਟੋ ਤੈਨੂੰ ਦਿਖਾਵਾਂਗਾ। ਹੁਣ ਅਗਲੇ ਦਿਨ ਮਾਲਕ ਨੇ ਮੈਨੂੰ ਫੋਟੋ ਦਿਖਾਉਣੀ ਸੀ। ਮੈਂ ਇਹੀ ਸੋਚਦੀ ਰਹੀ ਕਿ ਉਹ ਕੁੜੀ ਦੀ ਕਿਸਮਤ ਕਿੰਨੀ ਵਧੀਆ ਹੈ। ਇੱਕ ਇਨਸਾਨ ਉਸ ਕੁੜੀ ਨੂੰ 7 ਸਾਲ ਤੋਂ ਪਿਆਰ ਕਰਦਾ ਸੀ। ਅਗਲੇ ਦਿਨ ਬੱਚਿਆਂ ਨੂੰ ਸਕੂਲ ਛੱਡ ਕੇ ਮੈਂ ਮਾਲਿਕ ਨੂੰ ਲੈਣ ਗਈ ਤੇ ਥੋੜ੍ਹੀ ਦੂਰ ਜਾ ਕੇ ਮੈਂ ਕਿਹਾ ਕਿ ਮੈਨੂੰ ਉਸ ਕੁੜੀ ਦੀ ਫੋਟੋ ਦਿਖਾਵੋ। ਕੌਣ ਹੈ ਉਹ ਖੁਸ਼ਨਸੀਬ ਜਿਸ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ। ਉਸ ਨੇ ਮੈਨੂੰ ਫੋਟੋ ਕੱਢ ਕੇ ਦਿਖਾਈ।
ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹ ਤਾਂ ਮੇਰੀ ਹੀ ਫੋਟੋ ਮੈਨੂੰ ਦਿਖਾ ਰਿਹਾ ਸੀ। ਇਹ ਫੋਟੋ ਉਸ ਸਮੇਂ ਦੀ ਸੀ ਜਦੋਂ ਮੈਂ ਅਗਵਾ ਹੋਈ ਸੀ। ਪਤਾ ਨਹੀਂ ਇਹ ਫੋਟੋ ਕਿੱਦਾਂ ਨਿਕਲਵਾਈ ਸੀ। ਗੱਡੀ ਜ਼ੋਰ ਦੀ ਬ੍ਰੇਕ ਲਾਉਣ ਨਾਲ ਰੁਕ ਗਈ ਸੀ। ਉਹਨਾਂ ਕਿਹਾ ਕਿ ਗੱਡੀ ਧਿਆਨ ਨਾਲ ਚਲਾ, ਪਰ ਧਿਆਨ ਕਿਤੇ ਹੋਰ ਸੀ। ਉਸ ਨੇ ਕਿਹਾ ਕਿ ਅੱਜ ਤੋਂ 7 ਸਾਲ ਪਹਿਲਾਂ ਮੈਂ ਇੱਕ ਗੈਂਗ ਦਾ ਹਿੱਸਾ ਸੀ। ਮੇਰਾ ਪਿਛਲਾ ਰਿਕਾਰਡ ਕ੍ਰਿਮੀਨਲ ਦਾ ਹੈ। ਪਰ ਜਦੋਂ ਮੈਂ ਉਹ ਮਾਸੂਮ ਚਿਹਰਾ ਦੇਖਿਆ ਤਾਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਮੈਂ ਇਸ ਦਲਦਲ ਵਿੱਚੋਂ ਬਾਹਰ ਨਿਕਲਾਂਗਾ ਅਤੇ ਉਸ ਨੂੰ ਵੀ ਕੱਢਾਂਗਾ। ਉਸ ਨੇ ਕਿਹਾ ਕਿ ਮੈਂ ਉੱਥੇ ਮੌਜੂਦ ਨੌਜਵਾਨਾਂ ਨੂੰ ਨਸ਼ੇ ਦਾ ਆਦੀ ਬਣਾਉਂਦਾ ਸੀ। ਪਰ ਜਦੋਂ ਮੈਂ ਉਸ ਕੁੜੀ ਨੂੰ ਵੇਖਿਆ ਤਾਂ ਮੈਨੂੰ ਉਸ ਨਾਲ ਪਿਆਰ ਹੋ ਗਿਆ। ਮੈਂ ਇਸ ਦਲਦਲ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਸੀ। ਇਸ ਲਈ ਮੈਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਮੈਂ ਸਰਕਾਰੀ ਗਵਾਹ ਬਣ ਗਿਆ ਸੀ। ਜਦੋਂ ਪੁਲਿਸ ਨੇ ਉੱਥੇ ਛਾਪਾ ਮਾਰਿਆ ਤਾਂ ਸਾਰੇ ਲੋਕ ਫਰਾਰ ਹੋ ਚੁੱਕੇ ਸਨ। ਤਾਂ ਮੈਂ ਸਮਝ ਗਿਆ ਕਿ ਮੈਂ ਉਸ ਨੂੰ ਖੋ ਦਿੱਤਾ। ਫਿਰ ਮੈਨੂੰ ਯਾਦ ਆਇਆ ਕਿ ਉਸ ਨੇ ਮੈਨੂੰ ਆਪਣੇ ਘਰ ਦਾ ਐਡਰੈਸ ਦਿੱਤਾ ਸੀ। ਮੈਂ ਪੁੱਛਦਾ ਉਸ ਪਤੇ ਤੇ ਪਹੁੰਚਿਆ। ਪਤਾ ਲੱਗਾ ਕਿ ਉਸ ਦੇ ਪਿਤਾ ਦੀ ਉਸ ਦੀ ਜੁਦਾਈ ਵਿੱਚ ਮੌਤ ਹੋ ਗਈ ਅਤੇ ਉਸ ਕੁੜੀ ਤੇ ਉਸ ਦੀ ਮਾਂ ਨੂੰ ਲੋਕਾਂ ਨੇ ਬਹੁਤ ਤਾਨੇ ਮਾਰੇ। ਫਿਰ ਉਹ ਦੋਨੋਂ ਮਾਵਾਂ ਧੀਆਂ ਪਿੰਡ ਛੱਡ ਕੇ ਚਲੇ ਗਏ। ਮੈਂ ਪੜ੍ਹਾਈ ਠੀਕ ਕੀਤੀ ਸੀ, ਪਰ ਗਲਤ ਸੰਗਤ ਵਿੱਚ ਪੈ ਗਿਆ ਸੀ। ਫਿਰ ਮੈਂ ਕਿਹਾ ਕਿ ਮੈਂ ਹੀ ਉਹ ਕੁੜੀ ਹਾਂ ਜਿਸ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ। ਲੋਕਾਂ ਦੀਆਂ ਅੱਖਾਂ ਤੋਂ ਬਚਣ ਲਈ ਮੈਂ ਆਪਣਾ ਹੁਲੀਆ ਬਦਲ ਲਿਆ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਉਹ ਕੁੜੀ ਹਾਂ, ਉਸ ਨੇ ਮੈਨੂੰ ਆਪਣੇ ਗਲੇ ਨਾਲ ਲਾ ਲਿਆ। ਮੈਂ ਉਸ ਨੂੰ ਆਪਣੇ ਨਾਲ ਬੀਤੀ ਹਰ ਗੱਲ ਦੱਸੀ। ਉਸ ਨੇ ਮੈਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਮੈਂ ਤੇਰੇ ਸਾਰੇ ਦੁੱਖ ਦੂਰ ਕਰ ਦੇਵਾਂਗਾ, ਤੇਰੇ ਬੱਚੇ ਵੀ ਅਪਣਾ ਲਵਾਂਗਾ। ਉਸ ਨੇ ਮੈਨੂੰ ਕਿਹਾ ਕਿ ਤੇਰੇ ਤੋਂ ਮਿਲਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਇੱਕ ਵਧੀਆ ਇਨਸਾਨ ਬਣਾਉਣ ਲੱਗ ਗਿਆ। ਮੈਨੂੰ ਨੌਕਰੀ ਮਿਲ ਗਈ। ਮੈਨੂੰ ਉਮੀਦ ਸੀ ਕਿ ਇੱਕ ਦਿਨ ਤੂੰ ਮੈਨੂੰ ਜ਼ਰੂਰ ਮਿਲੇਂਗੀ, ਤੇ ਅੱਜ ਮਿਲ ਵੀ ਗਈ। ਫਿਰ ਮੈਂ ਉਸ ਨੂੰ ਆਪਣੇ ਬੱਚਿਆਂ ਨਾਲ ਮਿਲਾਇਆ। ਕੁਝ ਦਿਨ ਬਾਅਦ ਅਸੀਂ ਵਿਆਹ ਕਰਵਾ ਲਿਆ। ਮੈਂ ਜ਼ਿੰਦਗੀ ਵਿੱਚ ਜਿੰਨੇ ਦੁੱਖ ਦੇਖੇ ਸੀ, ਅੱਜ ਰੋਹਨ ਨੇ ਮੈਨੂੰ ਬਹੁਤ ਖੁਸ਼ੀਆਂ ਦੇ ਦਿੱਤੀਆਂ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਸੱਚ ਹੀ ਕਿਹਾ ਹੈ ਕਿਸੇ ਨੇ ਕਿ ਜੇਕਰ ਪਿਆਰ ਸੱਚਾ ਹੋਵੇ ਤਾਂ ਮਿਲਦਾ ਜ਼ਰੂਰ ਹੈ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।